हेलो फ्रेंड्स, वेलकम टू मैगनीफिसेंट लर्निंग। माई सैल्फ प्रभजोत। किवें हो तुसीं सारे? आई होप तुसीं सारे वधिया होंगे। सो अज साडा लैक्चर 1 है कंप्लीट पंजाबी पैडागॉजी दे लई। अज तो साडी क्लासेस जिहड़ियां ने पंजाबी दियां स्टार्ट हो जाणगियां। हौली हौली करके असीं पूरी पंजाबी पैडागॉजी नूं कंप्लीट कर देंगे। चाहे तुसीं पेपर 1 दे रहे हो, पेपर 2 दे रहे हो, बहुत तुहाडे लई इंपॉर्टेंट होणगे। अज दा चैप्टर जिहड़ा है सिखना अते ग्रहणशीलता, 2 चैप्टर असीं इस वीडियो दे विच कवर करांगे। सैकेंड चैप्टर है प्रिंसिपल्स ऑफ लैंग्वेज टीचिंग यानी कि भाषा अध्यापन के सिद्धांत। दोनों ही चैप्टर्स बहुत ही इंपॉर्टेंट ने। लास्ट दे विच असीं कुछ MCQs नूं भी सॉल्व करांगे जिहड़े कि प्रीवियस ईयर होणगे। ठीक है जी। सो विदाउट वेस्टिंग टाइम लेट्स स्टार्ट। फस्ट असीं समझते हाँ कंसैप्ट ऑफ लर्निंग यानी कि सिੱਖਣ ਦਾ सिद्धांत नूं समझते हाँ। ਸਿੱਖਣ ਤੋਂ ਭਾਵ ਗਿਆਨ, ਕੌਸ਼ਲਾਂ ਅਤੇ ਅਨੁਭਵਾਂ ਨੂੰ ਪ੍ਰਾਪਤ ਕਰਕੇ ਵਿਵਹਾਰ ਦਾ ਵਿਕਾਸਮਈ परिवर्तन करना है। सिखण तो की मतलब हुंदा है कि नॉलेज, स्किल्स ਅਤੇ एक्सपीरियंसिस ਨੂੰ ਪ੍ਰਾਪਤ ਕਰਕੇ ਸਾਡੇ ਬਿਹੇਵੀਅਰ ਦੇ ਵਿੱਚ ਜਿਹੜੇ ਚੇਂਜਸ ਆਉਂਦੇ ਨੇ ਉਹਨਾਂ ਨੂੰ ਸਿੱਖਣ ਕਿਹਾ ਜਾਂਦਾ ਹੈ। ਇਸ ਲਈ ਸਿੱਖਣ ਦੀ ਵਿਆਖਿਆ ਅੰਤਰ ਸੰਬੰਧਿਤ ਸਿਧਾਂਤ ਅਨੁਸਾਰ ਵਿਵਹਾਰ ਦਾ ਸਥਾਈ ਪਰਿਵਰਤਨ ਹੈ। ਮੋਸਟ ਇੰਪੋਰਟੈਂਟ ਲਾਈਨ ਇਸ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਸਿੱਖਣ ਦੇ ਨਾਲ ਵਿਵਹਾਰ ਦੇ ਵਿੱਚ ਬਿਹੇਵੀਅਰ ਦੇ ਵਿੱਚ ਜਿਹੜਾ ਚੇਂਜ ਆਉਂਦਾ ਹੈ ਉਹ ਕੀ ਹੁੰਦਾ ਹੈ? परमानेंट हुंदा है। की हुंदा है जी? स्थाई हुंदा है। इसनूं तुसीं याद रखना है कि सिखण दे नाल विवहार दे विच परिवर्तन की हुंदा है? स्थाई हुंदा है। सिखना व्याख्या योग, निरीखण योग अते मापण योग कारक या तत्त है। सिखना लर्निंग उस नूं ही मन्निया जाएगा जिस नूं तुसीं व्याख्या कर सकते हो, उसका निरीखण कर सकते हो ते उस नूं माप सकते हो। सिखण प्रक्रिया लई कई साधन हन। असीं सिखदे हाँ, असीं लर्निंग करदे हाँ, काफ़ी सारे तरीक़िਆਂ ਤੋਂ ਸਿੱਖਦੇ ਹਾਂ। ਅਸੀਂ ਟੀਚਿੰਗ ਦੇ ਰਾਹੀਂ ਸਿੱਖਦੇ ਹਾਂ, ਕੰਪਿਊਟਰ ਦੇ ਰਾਹੀਂ, ਵੀਡੀਓਜ਼, ਟੈਲੀਮੈਟਿਕਸ, ਇੰਟਰਨੈਟ, ਰੇਡੀਓ, है ना जी। इस ਲਈ ਸਿੱਖਣਾ ਇੱਕ ਵਿਅਕਤੀਗਤ ਪ੍ਰਕਿਰਿਆ ਹੈ। ਵਿਅਕਤੀਗਤ यानी कि इंडिविजुअल प्रोसैस है। ਸਾਰੇ ਹੀ ਵਿਅਕਤੀ ਜਿਹੜੇ ਨੇ ਸਿੱਖਣਾ ਕਰਦੇ ਨੇ। ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈ ਉਹਨਾਂ ਦੇ ਵਿੱਚ ਹੁੰਦਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਲਰਨਿੰਗ यानी कि ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਸਿੱਖਣਾ ਇੱਕ ਮਨੋਵਿਗਿਆਨਿਕ ਪ੍ਰਕਿਰਿਆ ਹੈ। ਇਸ ਲਈ ਸਿੱਖਣਾ ਵਾਤਾਵਰਣ ਤੋਂ ਪ੍ਰਭਾਵ ਗ੍ਰਹਿਣ ਕਰਦਾ ਹੈ ਅਤੇ ਵਾਤਾਵਰਣ 'ਤੇ ਪ੍ਰਭਾਵ ਪਾਉਂਦਾ ਹੈ। ਸਿੱਖਦੇ ਕਿੱਥੋਂ? ਅਸੀਂ ਆਪਣੇ ਇਨਵਾਇਰਮੈਂਟ ਤੋਂ ਸਿੱਖਦੇ ਹਾਂ ਅਤੇ ਉਸ ਲਰਨਿੰਗ ਨੂੰ ਅਸੀਂ ਆਪਣੇ ਇਨਵਾਇਰਮੈਂਟ ਦੇ ਉੱਤੇ ਹੀ ਯੂਜ਼ ਕਰਦੇ ਹਾਂ। ਹੁਣ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਹਨ ਜੀ? ਆਪਣੇ ਕੋਲ ਟੋਟਲ 7 ਵਿਸ਼ੇਸ਼ਤਾਵਾਂ ਇਸ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਹਨ। ਫਸਟ ਹੈ ਵਿਵਹਾਰ ਵਿੱਚ ਪਰਿਵਰਤਨ। ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਵਿਵਹਾਰ ਦੇ ਵਿੱਚ ਸਿੱਖਣ ਦੇ ਨਾਲ ਕੀ ਹੁੰਦਾ? ਵਿਵਹਾਰ ਦੇ ਵਿੱਚ ਕਿਹੜਾ ਪਰਿਵਰਤਨ ਆਉਂਦਾ ਜੀ? ਪਰਮਾਨੈਂਟ ਯਾਨੀ ਕਿ ਸਥਾਈ ਪਰਿਵਰਤਨ ਆਉਂਦਾ ਹੈ। ਜਦੋਂ ਅਸੀਂ ਕੁਝ ਲਰਨਿੰਗ ਕਰਦੇ ਹਾਂ ਤਾਂ ਸਾਡੇ ਵਿੱਚ ਪਰਿਵਰਤਨ ਕਿਹੜਾ ਆਉਂਦਾ ਹੈ? ਸਥਾਈ ਪਰਿਵਰਤਨ। ਸਿੱਖਣ ਪ੍ਰਕਿਰਿਆ ਸਿੱਖਣ ਦੇ ਵਿਵਹਾਰ ਵਿੱਚ ਪਰਿਵਰਤਨ ਕਰਦੀ ਹੈ। इस टाइम तो तुसी की कर रहे हो? लर्निंग कर रहे हो। लर्न करन तो बाद तुसी कुछ प्रीवियस ईयर क्वेश्चनस नू सॉल्व करोगे, दैन तुहानू की है तुहाडे अंदर की है विवहार दे विच परिवर्तन आएगा। किवें? तुहाडा कॉन्फिडेंस लैवल अप हो जाएगा। तुसी जदों सीख लेओगे तुहाडे अंदर एक जोश आ जाएगा कि असीं फस्ट ते सैकेंड चैप्टर पंजाबी दा कंप्लीट कर लिया। राइट। सो ही की है विवहार दे विच की है जी? परिवर्तन। नैक्सट है मनुखी प्रवृत्ति। ਸਿੱਖਣ ਪ੍ਰਕਿਰਿਆ ਮਨੁੱਖ ਦੀ ਕੁਦਰਤੀ ਅਤੇ ਮੁੱਢਲੀ ਪ੍ਰਵਿਰਤੀ ਹੈ ਜਿਸ ਅਨੁਸਾਰ ਉਹ ਆਲੇ ਦੁਆਲੇ ਤੋਂ ਕਾਫੀ ਕੁਝ ਸਿੱਖਦਾ ਹੈ। ਜਿਹੜੀ ਸਿੱਖਣ ਪ੍ਰਕਿਰਿਆ ਹੈ ਸਾਡੇ ਅੰਦਰ ਕੀ ਹੈ? ਇਨੇਟ ਐਬਿਲਿਟੀ ਹੈ। ਅਸੀਂ ਜਾਣੇ ਜਾਂ ਅਣਜਾਣੇ ਦੇ ਵਿੱਚ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ। ਨੈਕਸਟ ਹੈ ਪ੍ਰਕਿਰਿਆ ਅਤੇ ਨਤੀਜੇ। ਸਿੱਖਣ ਪ੍ਰਕਿਰਿਆ ਸਿੱਖਣਾ ਕੀ ਹੈ? ਇੱਕ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ ਜਿਸ ਦੇ ਰਾਹੀਂ ਅਸੀਂ ਸਿੱਖਣ ਪ੍ਰਕਿਰਿਆ ਦੁਆਰਾ ਸਿੱਖਿਆਰਥੀ ਨਵੇਂ ਤੱਥ ਸਿੱਖਿਆਰਥੀ ਕੀ ਕਰਦਾ ਹੈ? ਸਿੱਖਣ ਵਾਲਾ ਫੈਕਟਸ, ਬਿਹੇਵੀਅਰ, ਕਨਸੈਪਟਸ ਅਤੇ ਪ੍ਰਿੰਸੀਪਲਸ ਨੂੰ ਪ੍ਰਾਪਤ ਕਰਕੇ ਨਤੀਜਿਆਂ ਤੱਕ ਪਹੁੰਚਦਾ ਹੈ। ਠੀਕ ਹੈ ਜੀ। ਸਿੱਖਣ ਪ੍ਰਕਿਰਿਆ ਦੁਆਰਾ ਜਿਹੜਾ ਸਿੱਖਿਆਰਥੀ ਹੈ ਉਹ ਤੱਥ, ਵਿਵਹਾਰ, ਸੰਕਲਪਾਂ ਅਤੇ ਸਿਧਾਂਤਾਂ ਨੂੰ ਪ੍ਰਾਪਤ ਕਰਕੇ ਕਿੱਥੇ ਤੱਕ ਪਹੁੰਚ ਜਾਂਦਾ ਹੈ ਜੀ? ਨਤੀਜੇ ਤੱਕ ਪਹੁੰਚ ਜਾਂਦਾ ਹੈ। ਅੱਜ ਤੁਸੀਂ PS ਟੈਟ ਦੀ ਤਿਆਰੀ ਕਰ ਰਹੇ ਹੋ यानी कि तुहाडे अंदर की हो रहा है? सिखण प्रक्रिया हो रही है। एंड ते तुसी जो एग्जाम दोगे तो तुहाडा नतीजा आएगा। ठीक है, तुसी अपने नतीजे तक पहुँच जाओगे। सो सिखण दे विच भी सेम ही हुंदा है। सिखण एक प्रक्रिया है जिस दे राही सानू नतीजे प्राप्त होंदे हन। नैक्सट है निरंतर चलण वाली प्रक्रिया। मनुख जिहड़ा है उसकी मनुखी प्रवृत्ति है सिखना। राइट। सिखना एक सर्व व्यापक और निरंतर चलण वाली प्रक्रिया है। जिहड़ा सिखना है एक जो मनुख है जन्म तो लैके अपने मौत
मौत तक कुछ ना कुछ जिहड़ा सिੱਖਦਾ ही रहता है। इस करके मन्निया जाता है कि सिੱਖਣਾ एक निरंतर ਚੱਲਣ वाली ਪ੍ਰਕਿਰਿਆ है। मानसिक योग्यतावां ਦੀ ਪ੍ਰਕਿਰਿਆ, ਜਦੋਂ ਅਸੀਂ ਸਿੱਖਦੇ ਹਾਂ ਸਾਡੀ ਮੈਮਰੀ ਜਿਹੜੀ ਸ਼ਕਤੀ ਹੈ ਉਹ ਤੇਜ਼ ਹੁੰਦੀ ਹੈ, ਸਾਡਾ ਗਿਆਨਾਤਮਕ ਵਿਕਾਸ ਹੁੰਦਾ ਹੈ, ਯਾਨੀ ਕਿ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ, ਭਾਵਾਤਮਕ ਵਿਕਾਸ ਅਤੇ ਕਿਰਿਆਤਮਕ ਪੱਖਾਂ ਦਾ ਵਿਕਾਸ ਹੁੰਦਾ ਹੈ। ਨੈਕਸਟ ਹੈ ਤਾਲਮੇਲ ਦੀ ਪ੍ਰਕਿਰਿਆ। ਸਿੱਖਣ ਦੁਆਰਾ ਵਿਅਕਤੀ ਵਿੱਚ ਤਾਲਮੇਲ ਦੀਆਂ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ। ਸਿੱਖਣ ਦੇ ਨਾਲ ਇੱਕ ਛੋਟਾ ਬੱਚਾ ਹੁੰਦਾ ਹੈ ਉਹ ਜਦੋਂ ਵੱਡਾ ਹੋ ਰਿਹਾ ਹੁੰਦਾ ਤਾਂ ਆਪਣੇ ਆਲੇ ਦੁਆਲੇ ਨੂੰ ਸਮਝਦਾ, ਆਪਣੇ ਵਾਤਾਵਰਣ ਨੂੰ ਸਮਝਦਾ ਹੈ, ਦੇਖ ਕੇ ਸਿੱਖਦਾ ਹੈ ਅਤੇ ਆਪਣੇ ਵਾਤਾਵਰਣ ਦੇ ਨਾਲ, ਆਪਣੇ ਆਸ-ਪਾਸ ਦੇ ਲੋਕਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸਿੱਖਣ ਦੁਆਰਾ ਵਿਅਕਤੀ ਵਿੱਚ ਤਾਲਮੇਲ ਦੀਆਂ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ। ਨੈਕਸਟ ਹੈ ਸਮੱਸਿਆ ਹੱਲ ਕਰਨ ਦੀ ਪ੍ਰਕਿਰਿਆ। ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵਿਅਕਤੀ ਆਪਣੇ ਪੂਰਵ ਅਨੁਭਵਾਂ ਅਤੇ ਗਿਆਨ ਦੀ ਸਹਾਇਤਾ ਨਾਲ ਕਰਦਾ ਹੈ। ਇਹ ਪੂਰਵ ਅਨੁਭਵ ਉਸ ਦਾ ਸਿੱਖਣਾ ਹੁੰਦਾ ਹੈ। ਜਿਹੜੀਆਂ ਵੀ ਜੀਵਨ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਦਾ ਹੱਲ ਵਿਅਕਤੀ ਕਿਵੇਂ ਕਰ ਸਕਦਾ ਹੈ? ਆਪਣੇ ਐਕਸਪੀਰੀਅੰਸਿਸ ਦੇ ਰਾਹੀਂ। ਔਰ ਉਸ ਨੂੰ ਐਕਸਪੀਰੀਅੰਸਿਸ ਅਤੇ ਅਨੁਭਵ ਕਿੱਥੋਂ ਪ੍ਰਾਪਤ ਹੋਣਗੇ? ਸਿੱਖਣ ਦੇ ਰਾਹੀਂ। ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ ਹੁਣ ਅੱਗੇ ਵੀ ਦਿੱਤੇ ਹੋਏ ਨੇ ਕਰੈਕਟਰਿਸਟਿਕਸ ਆਫ ਲਰਨਿੰਗ ਅੱਗੇ ਵੀ ਦਿੱਤੀਆਂ ਹੋਈਆਂ, ਮੈਂ ਧਿਆਨ ਨਹੀਂ ਦਿੱਤਾ। ਨੈਕਸਟ ਹੈ ਬੁੱਧੀਪੂਰਨ ਕਿਰਿਆ। ਬੁੱਧੀ ਕੀ ਹੁੰਦੀ ਹੈ? ਇੰਟੈਲੀਜੈਂਸ। ਸਿੱਖਣਾ ਵੀ ਵਿਹਾਰਿਕ ਗਿਆਨ ਹੈ ਜੋ ਬੁੱਧੀ 'ਤੇ ਆਧਾਰਿਤ ਹੁੰਦਾ ਹੈ, ਨਾ ਕਿ ਯਾਂਤਰਿਕ। ਠੀਕ ਹੈ, ਜੋ ਸਿੱਖਣਾ ਕੀ ਇੱਕ ਵਿਵਹਾਰਿਕ ਗਿਆਨ ਹੈ ਜੋ ਬੁੱਧੀ 'ਤੇ, ਬੁੱਧੀਪੂਰਨ ਕਿਰਿਆ ਹੈ। ਕਈ ਲੋਕ ਹੁੰਦੇ ਨੇ ਮੰਦ ਬੁੱਧੀ ਹੁੰਦੇ ਨੇ, ਹੈ ਨਾ, ਜੇ ਸਿੱਖਣ ਦੇ ਵਿੱਚ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ, ਉਹਨਾਂ ਦਾ IQ ਲੈਵਲ ਘੱਟ ਹੁੰਦਾ। ਤੁਸੀਂ ਇੰਟੈਲੀਜੈਂਸ ਵਾਲਾ ਜਿਹੜਾ ਚੈਪਟਰ ਹੈ CDP ਦੇ ਵਿੱਚ ਮੈਂ ਕਰਵਾਇਆ ਹੈ ਬੁੱਧੀ ਵਾਲਾ, ਉਸਨੂੰ ਜ਼ਰੂਰ ਇੱਕ ਵਾਰ ਦੇਖ ਲਿਓ, ਕਾਫੀ ਇੰਪੋਰਟੈਂਟ ਚੈਪਟਰ ਹੈ। ਇੱਕ ਸਮਾਜਿਕ ਪ੍ਰਕਿਰਿਆ। ਸਿੱਖਣ ਪ੍ਰਕਿਰਿਆ ਦਾ ਕਾਰਜ ਖੇਤਰ ਘਰ ਤੋਂ ਸ਼ੁਰੂ ਹੋ ਕੇ ਸਕੂਲ, ਧਾਰਮਿਕ ਸਥਾਨ, ਸਮਾਜ ਆਦਿ ਖੇਤਰਾਂ ਵਿੱਚ ਸੰਭਵ ਹੁੰਦਾ ਹੈ। ਯਾਨੀ ਕਿ ਇੱਕ ਵਿਅਕਤੀ ਆਪਣੇ ਘਰ ਜਦੋਂ ਪੈਦਾ ਹੁੰਦਾ ਹੈ, ਆਪਣੇ ਘਰ ਤੋਂ, ਆਪਣੇ ਮਾਤਾ ਪਿਤਾ ਤੋਂ ਸਿੱਖਦਾ ਹੈ, ਦੈਨ ਸਕੂਲ ਜਾਂਦਾ ਹੈ, ਹੋਰ ਕਾਫੀ ਸਾਰੀਆਂ ਜਗ੍ਹਾਵਾਂ 'ਤੇ ਜਾਂਦਾ ਹੈ ਜਿਸ ਦੇ ਨਾਲ ਉਸਦਾ ਸਿੱਖਣਾ ਯਾਨੀ ਕਿ ਲਰਨਿੰਗ ਹੈ ਉਹ ਪੋਸੀਬਲ ਹੁੰਦੀ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸਿੱਖਣਾ ਇੱਕ ਸਮਾਜਿਕ ਪ੍ਰਕਿਰਿਆ ਹੈ। ਨੈਕਸਟ ਹੈ ਖੋਜ ਪ੍ਰਕਿਰਿਆ। ਸਿੱਖਣਾ ਇੱਕ ਖੋਜ ਪ੍ਰਕਿਰਿਆ ਹੈ ਜਿਸ ਵਿੱਚ ਅਨੁਭਵਾਂ ਦੇ ਆਧਾਰ 'ਤੇ ਖੋਜਾਂ ਕਰਕੇ ਲੋੜਾਂ ਦੀ ਸੰਤੁਸ਼ਟੀ ਕੀਤੀ ਜਾਂਦੀ ਹੈ, ਖੋਜ ਕੀਤੀ ਜਾਂਦੀ ਹੈ। ਠੀਕ ਹੈ ਜੀ। ਸਕਾਰਾਤਮਕ ਅਤੇ ਨਕਾਰਾਤਮਕ ਸਿੱਖਿਆ। ਸਿੱਖਿਆ ਨਕਾਰਾਤਮਕ ਉਦੋਂ ਹੁੰਦੀ ਹੈ ਜਦੋਂ ਸਾਡੇ ਸਿੱਖਣ ਅਨੁਭਵ ਸਮਾਜਿਕ ਮਾਨਤਾ ਦੇ ਵਿਰੁੱਧ ਹਨ। ਅਸੀਂ ਇੱਕ ਸਮਾਜ ਦੇ ਵਿੱਚ ਰਹਿੰਦੇ ਹਾਂ, ਕੁਝ ਬਿਹੇਵੀਅਰ ਇੱਦਾਂ ਦੇ ਨੇ ਜਿਹੜੇ ਕਿ ਕੁਝ ਕਿਰਿਆਵਾਂ ਇੱਦਾਂ ਦੀਆਂ ਨੇ ਜਿਹੜੀਆਂ ਕਿ ਸਮਾਜ ਵੱਲੋਂ ਮਾਨਤਾ ਪ੍ਰਾਪਤ ਨਹੀਂ ਹਨ। ਅਗਰ ਉਹ ਕਿਰਿਆਵਾਂ ਨੂੰ ਅਸੀਂ ਸਮਾਜ ਦੇ ਵਿੱਚ ਕਰਦੇ ਹਾਂ ਤਾਂ ਜਿਹੜਾ ਸਮਾਜ ਹੈ ਉਹ ਸਾਡੇ ਕੀ ਹੈ ਵਿਰੁੱਧ ਖੜਾ ਹੋ ਜਾਂਦਾ ਹੈ। ਇਸ ਕਰਕੇ ਸਿੱਖਿਆ ਨਕਾਰਾਤਮਕ ਦਾ ਇਹੀ ਅਰਥ ਹੈ ਕਿ ਉਹ ਸਿੱਖਣ ਅਨੁਭਵ ਸਮਾਜਿਕ ਮਾਨਤਾ ਦੇ ਵਿਰੁੱਧ ਹੁੰਦੇ ਹਨ। ਨੈਕਸਟ ਹੈ ਸਕਾਰਾਤਮਕ ਉਦੋਂ ਹੋਏਗੀ ਜਦੋਂ ਸਾਡੇ ਸਿੱਖਣ ਅਨੁਭਵਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ। ਸੋ ਅਸੀਂ ਸਾਰੇ ਇੱਕ ਸਮਾਜ ਦੇ ਵਿੱਚ ਰਹਿੰਦੇ ਹਾਂ, ਕੁਝ ਕਿਰਿਆਵਾਂ ਇੱਦਾਂ ਦੀਆਂ ਨੇ ਜਿਹੜੇ ਕਿ ਅਸੀਂ ਇੱਕ ਸਮਾਜ ਦੇ ਵਿੱਚ ਐਜ਼ ਅ ਸੋਸ਼ਲ ਮੈਂਬਰ ਨਹੀਂ ਕਰ ਸਕਦੇ। ਨੈਕਸਟ ਹੈ ਸਿੱਖਣ ਦਾ ਉਦੇਸ਼ ਕੇਂਦਰਿਤ ਹੈ। ਜੇ ਸਿੱਖਣ ਵਿੱਚ ਉਦੇਸ਼ ਨਾ ਹੋਵੇ ਤਾਂ ਉਹ ਸਿੱਖਣਾ ਨਹੀਂ ਹੁੰਦਾ। ਇਸ ਟਾਈਮ ਤੁਸੀਂ ਸਿੱਖ ਰਹੇ ਹੋ, ਕਿਉਂ ਸਿੱਖ ਰਹੇ ਹੋ? ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ PS ਟੈਟ ਦਾ ਐਗਜ਼ਾਮ ਹੈ ਕਲੀਅਰ ਹੋ ਜੇ। PS ਟੈਟ ਕਲੀਅਰ ਹੋਏਗਾ ਤਾਂ ਹੀ ਤੁਸੀਂ ਐਜ਼ ਅ ਟੀਚਰ ਲੱਗ ਪਾਓਗੇ। ਤੁਹਾਡੇ ਕੋਲ ਕੀ ਇੱਕ ਉਦੇਸ਼ ਹੈ, ਇੱਕ ਏਮ ਹੈ ਸਿੱਖਣ ਦੇ ਲਈ। ਸੋ ਕਿਹਾ ਜਾਂਦਾ ਹੈ ਕਿ ਅਗਰ ਸਿੱਖਣ ਦੇ ਵਿੱਚ ਕੋਈ ਵੀ ਉਦੇਸ਼ ਨਹੀਂ ਹੋਏਗਾ ਤਾਂ ਸਿੱਖਣਾ ਨਹੀਂ ਹੁੰਦਾ। ਸਿੱਖਣ ਅਨੁਭਵਾਂ ਦਾ ਸੰਗਠਨ ਹੈ। ਸਿੱਖਣ ਕੀ ਹੈ? ਐਕਸਪੀਰੀਅੰਸਿਸ। ਅਨੁਭਵ ਕੀ ਹੁੰਦੇ ਨੇ? ਐਕਸਪੀਰੀਅੰਸਿਸ ਦਾ ਸੰਗਠਨ ਹੈ। ਸਿੱਖਣ ਵਿੱਚ ਸਿਰਫ ਤੱਥਾਂ ਅਤੇ ਕੌਸ਼ਲਾਂ ਨੂੰ ਅਭਿਆਸ ਦੁਆਰਾ ਪ੍ਰਾਪਤ ਹੀ ਨਹੀਂ ਸਗੋਂ ਅਨੁਭਵਾਂ ਦਾ ਪੁਨਰ ਸੰਗਠਨ ਕਰਨਾ ਵੀ ਹੈ। ਇਹ ਨਵੇਂ ਅਤੇ ਪੁਰਾਣੇ ਅਨੁਭਵਾਂ ਦਾ ਸੰਸਲੇਸ਼ਨ ਹੁੰਦਾ ਹੈ। ਸਾਡੇ ਕੋਲ ਕੁਝ ਪੁਰਾਣੇ ਐਕਸਪੀਰੀਅੰਸਿਸ ਹੁੰਦੇ ਨੇ, ਅਸੀਂ ਫਿਰ ਸਿੱਖਦੇ ਹਾਂ ਅਤੇ ਸਾਡੇ ਕੋਲ ਨਵੇਂ ਐਕਸਪੀਰੀਅੰਸਿਸ ਸਾਨੂੰ ਪ੍ਰਾਪਤ ਹੁੰਦੇ ਨੇ। ਕੁਝ ਸਾਡੇ ਪੁਰਾਣੇ ਅਨੁਭਵ ਹੁੰਦੇ ਨੇ, ਕੁਝ ਅਸੀਂ ਜਿਹੜੇ ਹੈ ਇਸ ਟਾਈਮ 'ਤੇ ਨਵੇਂ ਅਨੁਭਵ ਗੇਨ ਕਰ ਰਹੇ ਹਾਂ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸਿੱਖਣਾ ਕੀ ਹੈ? ਸਿੱਖਣ ਅਨੁਭਵਾਂ ਦਾ ਸੰਗਠਨ ਕਰਨਾ ਹੈ। ਜਦੋਂ ਅਸੀਂ ਸਿੱਖਦੇ ਹਾਂ ਸਾਨੂੰ ਨਵੇਂ ਐਕਸਪੀਰੀਅੰਸਿਸ ਮਿਲਦੇ ਨੇ, ਰਾਈਟ। ਨੈਕਸਟ ਹੈ ਸਿੱਖਣਾ ਵਿਅਕਤੀਗਤ ਅਤੇ ਸਮੂਹਿਕ
ਦੋਵਾਂ ਤਰ੍ਹਾਂ ਦਾ ਹੁੰਦਾ ਹੈ। ਸਿੱਖਿਆ ਵਿਅਕਤੀ ਦੇ ਨਾਲ ਸਮਾਜਿਕ ਸਾਧਨਾਂ ਤੇ ਬੱਚਿਆਂ ਉੱਤੇ ਵੀ ਸਿੱਖਿਆ ਸੰਬੰਧੀ ਪ੍ਰਭਾਵ ਪਾਉਂਦੇ ਹਨ। ਸਿੱਖਣਾ ਕੀ ਵਿਅਕਤੀਗਤ ਵੀ ਹੋ ਸਕਦਾ ਹੈ। ਇਸ ਟਾਈਮ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਇਕੱਲੇ ਸਿੱਖ ਰਹੇ ਹੋ, ਹੈ ਨਾ। ਕੁਝ ਬੱਚੇ ਇੱਦਾਂ ਦੇ ਹੁੰਦੇ ਨੇ ਜਿਵੇਂ ਕਿ ਕਲਾਸਰੂਮ ਦੇ ਵਿੱਚ ਮੰਨ ਲਓ 3-4 ਬੱਚੇ ਨੇ ਆਪਸ ਵਿੱਚ ਪੜ੍ਹ ਰਹੇ ਨੇ, ਉਹ ਕੀ ਹੋ ਜਾਏਗਾ, ਸਮਾਜਿਕ ਸਿੱਖਣਾ ਹੋ ਜਾਏਗਾ। ਠੀਕ ਹੈ, ਜਦੋਂ ਰਲ ਮਿਲ ਕੇ 3-4 ਲੋਕ ਸਿੱਖ ਰਹੇ ਹੋਣ ਤਾਂ ਸਮਾਜਿਕ ਸਿੱਖਣਾ ਹੋ ਜਾਏਗਾ। ਸਮੂਹ ਜਿਹਨੂੰ ਕਹਿ ਸਕਦੇ ਨੇ, ਸਮੂਹ ਦੇ ਵਿੱਚ ਗਰੁੱਪ ਬਣਾ ਕੇ ਸਿੱਖਦੇ ਨੇ। ਵਿਅਕਤੀਗਤ ਕੀ ਹੈ, ਜਦੋਂ ਇੰਡੀਵਿਜੂਅਲੀ ਸਿੱਖ ਰਹੇ ਹੋ, ਰਾਈਟ। ਨੈਕਸਟ ਹੈ ਇੰਪੋਰਟੈਂਟ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਇਸ ਤੋਂ ਬਾਅਦ ਸਾਡਾ ਸੈਕਿੰਡ ਚੈਪਟਰ ਸਟਾਰਟ ਹੋ ਜਾਏਗਾ, ਦੈਨ ਸਾਡੇ ਪ੍ਰੀਵੀਅਸ ਈਅਰ MCQs। ਠੀਕ ਹੈ, ਫੈਕਟਰ ਅਫੈਕਟਸ ਅਪੋਨ ਲਰਨਿੰਗ। ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਨੇ। ਫਸਟ ਹੈ ਪ੍ਰੇਰਨਾ, ਯਾਨੀ ਕਿ ਮੋਟੀਵੇਸ਼ਨ। ਪ੍ਰੇਰਨਾ ਜਿਵੇਂ ਸਜ਼ਾ ਜਾਂ ਇਨਾਮ ਆਦਿ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਕੰਮ ਕਰੋ, ਫਟਾਫਟ ਸੋਹਣਾ ਕੰਮ ਕਰੋ, ਤੁਹਾਨੂੰ ਇਹ ਵਾਲਾ ਇਨਾਮ ਦਿੱਤਾ ਜਾਏਗਾ, ਰਾਈਟ। ਤੁਹਾਨੂੰ ਆਈਸਕ੍ਰੀਮ ਦਿੱਤੀ ਜਾਏਗੀ, ਤੁਹਾਨੂੰ ਕੋਈ ਵੀ ਲਾਲਚ ਦੇ ਦਿੰਦੇ ਹੈ। ਠੀਕ ਹੈ, ਯਾਨੀ ਕਿ ਉਹਨਾਂ ਨੂੰ ਮੋਟੀਵੇਟ ਰੱਖਦੇ। ਜਾਂ ਫਿਰ ਕੁਝ ਕੇਸਿਸ ਦੇ ਵਿੱਚ ਕੀ ਹੁੰਦਾ ਹੈ, ਸਜ਼ਾ, ਅਗਰ ਨਹੀਂ ਕਰੋਗੇ ਤਾਂ ਆਹ ਵਾਲੀ ਸਜ਼ਾ ਮਿਲੇਗੀ। ਯਾਨੀ ਕਿ ਉਹਨਾਂ ਨੂੰ ਕੁਛ ਨਾ ਕੁਛ ਇਹ ਸਜ਼ਾ ਜਾਂ ਇਨਾਮ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਤਾਂ ਕਿ ਉਹ ਕੀ ਹੈ, ਸਿੱਖਣ ਦੇ ਲਈ ਪ੍ਰੇਰਿਤ ਰਹਿ ਸਕਣ। ਨੈਕਸਟ ਹੈ ਅਰਥਪੂਰਨ ਉਦੇਸ਼। ਜਿਵੇਂ ਕਿ ਪਹਿਲੇ ਵੀ ਦੱਸਿਆ ਹੈ ਕਿ ਸਿੱਖਣਾ ਉਦੋਂ ਹੀ ਵਾਪਰੇਗਾ ਜਦੋਂ ਕੋਈ ਨਾ ਕੋਈ ਉਦੇਸ਼ ਹੋਏਗਾ। ਅਗਰ ਉਦੇਸ਼ ਨਹੀਂ ਹੋਏਗਾ ਤਾਂ ਸਿੱਖਣਾ ਵੀ ਨਹੀਂ ਹੋਏਗਾ। ਅਰਥਪੂਰਨ ਉਦੇਸ਼ ਦਾ ਅਰਥ ਹੈ ਕਿ ਸਿੱਖਣ ਪ੍ਰਕਿਰਿਆ ਦੇ ਉਦੇਸ਼ਾਂ ਦਾ ਪ੍ਰਭਾਵ ਵੀ ਸਿੱਖਣ 'ਤੇ ਪੈਂਦਾ ਹੈ। ਉਦੇਸ਼ਾਂ ਦਾ ਪ੍ਰਭਾਵ ਵੀ ਸਿੱਖਣ 'ਤੇ ਪਏਗਾ। ਅਗਰ ਤੁਹਾਡੇ ਕੋਲ ਇਸ ਟਾਈਮ ਉਦੇਸ਼ ਨਹੀਂ ਹੋਏਗਾ ਸਿੱਖਣ ਦਾ ਤਾਂ ਤੁਸੀਂ ਨਹੀਂ ਸਿੱਖੋਗੇ। ਸਿੱਖਣ ਸਮੱਗਰੀ। ਸਿੱਖਣ ਲਈ ਸਹਾਇਕ ਸਮੱਗਰੀ ਕਿਵੇਂ ਹੈ, ਪਰੰਪਰਾਗਤ ਹੈ ਜਾਂ ਆਧੁਨਿਕ, ਇਸ ਦਾ ਪ੍ਰਭਾਵ ਸਿੱਖਣ 'ਤੇ ਪੈਂਦਾ ਹੈ। ਸਿੱਖਣ ਸਮੱਗਰੀ ਯਾਨੀ ਕਿ ਅਸੀਂ ਕਿਸ ਸੋਰਸ ਤੋਂ ਸਿੱਖ ਰਹੇ ਹਾਂ। ਠੀਕ ਹੈ, ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਲਾਈਕ ਜਿਵੇਂ ਕਰੰਟ ਅਫੇਅਰਸ ਨੇ। ਕਰੰਟ ਅਫੇਅਰਸ ਪੜ੍ਹਨੇ ਤਾਂ ਤੁਹਾਨੂੰ ਆਧੁਨਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਵਰਤੋਂ ਕਰਨੀ ਪਏਗੀ, ਨਾ ਕਿ ਜਿਹੜੀਆਂ ਓਲਡ ਬੁੱਕਸ ਨੇ। ਠੀਕ ਹੈ, 4-5 ਸਾਲ ਪੁਰਾਣੇ ਤਾਂ ਕਰੰਟ ਅਫੇਅਰਸ ਤਾਂ ਨਹੀਂ ਪੜ੍ਹੋਗੇ ਨਾ। ਜੋ ਕਰੰਟ ਅਫੇਅਰਸ ਜਿਹੜੇ ਚੱਲ ਰਹੇ ਨੇ ਉਹ ਪੜ੍ਹੋਗੇ। ਇਸ ਕਰਕੇ ਮੈਟਰ ਇਹ ਕਰਦਾ ਹੈ ਕਿ ਸਿੱਖਣ ਸਮੱਗਰੀ ਕਿਵੇਂ ਜੀ ਹੈ, ਪਰੰਪਰਾਗਤ ਯਾਨੀ ਕਿ ਪੁਰਾਣੀ ਹੈ ਜਾਂ ਫਿਰ ਹੁਣ ਦੇ ਟਾਈਮ ਦੀ ਆਧੁਨਿਕ ਹੈ। ਪਰਿਵਰਤਨਸ਼ੀਲ ਕਾਰਕ। ਪੂਰਵ ਅਨੁਭਵਾਂ ਤੋਂ ਪ੍ਰਾਪਤ ਨਤੀਜਿਆਂ ਦੇ ਪਰਿਵਰਤਨਸ਼ੀਲ ਕਾਰਕ ਵੀ ਸਿੱਖਣ ਉੱਤੇ ਪ੍ਰਭਾਵ ਪਾਉਂਦੇ ਹਨ। ਪੂਰਵ ਅਨੁਭਵਾਂ ਤੋਂ ਪ੍ਰਾਪਤ ਨਤੀਜੇ, ਅਸੀਂ ਜਿਹੜੇ ਸਾਡੇ ਪੁਰਾਣੇ ਐਕਸਪੀਰੀਅੰਸਿਸ ਨੇ ਉਹਨਾਂ ਤੋਂ ਸਾਨੂੰ ਜਿਹੜੇ ਪ੍ਰਾਪਤ ਨਤੀਜੇ ਨੇ ਉਹ ਵੀ ਸਿੱਖਣ ਦੇ ਉੱਤੇ ਪ੍ਰਭਾਵ ਪਾਉਣਗੇ। ਫਸਟ ਚੈਪਟਰ ਛੋਟਾ ਜਿਹਾ ਸੀ, ਕਾਫੀ ਈਜ਼ੀ ਵੀ ਸੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ। ਇਸ ਦੀ PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ। ਹੁਣ ਅਸੀਂ ਕਰਦੇ ਹਾਂ ਭਾਸ਼ਾ ਅਧਿਆਪਨ ਦੇ ਸਿਧਾਂਤ। ਜਦੋਂ ਵੀ ਕਲਾਸਰੂਮ ਦੇ ਵਿੱਚ ਤੁਸੀਂ ਐਜ਼ ਅ ਟੀਚਰ ਪੜ੍ਹਾਉਣਾ ਹੈ, ਇੱਕ ਲੈਂਗੁਏਜ ਨੂੰ ਪੜ੍ਹਾਉਣਾ ਹੈ, ਤਾਂ ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖੋਗੇ ਇਸ ਵੀਡੀਓ ਦੇ ਵਿੱਚ ਸਮਝਦੇ ਹਾਂ। ਅਧਿਆਪਨ ਇੱਕ ਵਿਗਿਆਨ ਦੇ ਨਾਲ ਇੱਕ ਕਲਾ ਵੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਟੀਚਿੰਗ ਕੀ ਹੈ, ਸਾਇੰਸ ਦੇ ਨਾਲ ਕੀ ਇੱਕ ਆਰਟ ਵੀ ਹੈ, ਆਰਟ ਐਂਡ ਸਾਇੰਸ ਹੈ। ਜਿਸ ਤਰ੍ਹਾਂ ਕਲਾ ਦੇ ਕੁਝ ਸਧਾਰਨ ਸਿਧਾਂਤ ਹੁੰਦੇ ਹਨ, ਉਸੇ ਤਰ੍ਹਾਂ ਅਧਿਆਪਨ ਦੇ ਵੀ ਕੁਝ ਸਧਾਰਨ ਸਿਧਾਂਤ ਹਨ। ਅਧਿਆਪਨ ਵਿੱਚ ਬੱਚਿਆਂ ਦੀਆਂ ਪ੍ਰਵਿਰਤੀਆਂ, ਰੁਚੀਆਂ, ਸਮਰੱਥਾਵਾਂ ਤੇ ਵਿਅਕਤੀਗਤ ਭਿੰਨਤਾਵਾਂ ਦਾ ਧਿਆਨ ਰੱਖਿਆ ਜਾਂਦਾ ਹੈ। ਜਦੋਂ ਵੀ ਟੀਚਿੰਗ ਕਰਵਾਉਣੀ ਹੈ, ਤੁਸੀਂ ਬੱਚਿਆਂ ਦੀਆਂ ਪ੍ਰਵਿਰਤੀਆਂ, ਰੁਚੀਆਂ, ਉਹਨਾਂ ਦੇ ਇੰਟਰਸਟ, ਉਹਨਾਂ ਦੀ ਸਮਰੱਥਾਵਾਂ ਤੇ ਵਿਅਕਤੀਗਤ ਭਿੰਨਤਾਵਾਂ ਦਾ ਧਿਆਨ ਰੱਖਣਾ ਹੈ। ਭਾਸ਼ਾ ਦੀ ਸਿੱਖਿਆ ਦਿੰਦੇ ਸਮੇਂ ਭਾਸ਼ਾ ਦੀ ਪ੍ਰਕਿਰਤੀ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ। ਮਾਤ ਭਾਸ਼ਾ ਨਾਲ ਸਿੱਖਣਾ ਇਸ ਲਈ ਉੱਤਮ ਹੁੰਦਾ ਹੈ ਕਿਉਂਕਿ ਇਸ ਦੁਆਰਾ ਬੱਚਾ ਖੁਦ ਹੀ ਅਨੁਕਰਨ ਦੁਆਰਾ ਵਾਤਾਵਰਣ ਤੋਂ ਸਿੱਖਦਾ ਹੈ, ਜਿਸ ਨੂੰ ਅਸੀਂ ਸੁਭਾਵਿਕ ਸਿੱਖਣਾ ਕਹਿੰਦੇ ਹਾਂ। ਇੱਕ ਪੁਆਇੰਟ ਹੋਰ ਰਹਿ ਗਿਆ ਪਿਛਲੇ ਚੈਪਟਰ ਦੇ ਵਿੱਚ ਜੋ ਕਿ ਡਿਸਕਸ ਕਰਨਾ ਕਾਫੀ ਇੰਪੋਰਟੈਂਟ ਹੈ, ਸਿੱਖਣਾ ਅਤੇ ਗ੍ਰਹਿਣਸ਼ੀਲਤਾ। ਸਿੱਖਣਾ ਨੂੰ ਜਿਵੇਂ ਕਿ ਤੁਸੀਂ ਸਮਝ ਹੀ ਲਿਆ ਹੈ, ਸਿੱਖਣ ਦੀਆਂ ਵਿਸ਼ੇਸ਼ਤਾਵਾਂ, ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਬਟ ਇੱਕ ਚੀਜ਼ ਰਹਿ ਗਈ ਹੈ ਐਕੁਇਜ਼ੀਸ਼ਨ, ਯਾਨੀ ਕਿ ਗ੍ਰਹਿਣਸ਼ੀਲਤਾ। ਗ੍ਰਹਿਣਸ਼ੀਲਤਾ ਦਾ ਕੀ ਅਰਥ ਹੁੰਦਾ ਹੈ? ਜਿਵੇਂ ਕਿ ਤੁਹਾਨੂੰ ਪਤਾ ਹੈ ਮਾਤ ਭਾਸ਼ਾ ਹੈ ਨਾ। ਮਾਤ ਭਾਸ਼ਾ ਦੇ ਨਾਲ ਕੀ ਹੁੰਦਾ ਹੈ, ਬੱਚਾ ਖੁਦ ਹੀ ਅਨੁਕਰਨ ਦੇ ਦੁਆਰਾ ਸਿੱਖ ਲੈਂਦਾ ਹੈ। ਜੋ ਗ੍ਰਹਿਣਸ਼ੀਲਤਾ ਹੁੰਦੀ ਹੈ ਉਹ ਕੀ ਐਫਰਟਲੈਸ ਹੁੰਦੀ ਹੈ, ਵਾਤਾਵਰਣ ਤੋਂ ਸਿੱਖ ਲੈਂਦਾ ਹੈ ਦੂਜਿਆਂ ਦੀ ਨਕਲ ਕਰਕੇ, ਜਿਸ ਨੂੰ ਕੀ ਕਹਿੰਦੇ ਸੀ, ਸੁਭਾਵਿਕ ਸਿੱਖਣਾ। ਸੁਭਾਵਿਕ ਹੀ ਸਿੱਖ ਲਿਆ, ਕੋਈ ਐਫਰਟਸ ਨਹੀਂ ਕਰਨੇ ਪਏ। ਲਾਈਕ ਜਿਵੇਂ ਮੰਨ ਲਓ ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਰਾਈਟ, ਤਾਂ ਅਸੀਂ ਇਸ ਨੂੰ ਆਪਣੇ ਆਲੇ ਦੁਆਲੇ ਤੋਂ ਸੁਭਾਵਿਕ ਹੀ ਸਿੱਖ ਲਿਆ ਹੈ, ਆਪਣੇ ਮਾਤਾ ਪਿਤਾ ਅਤੇ ਆਲੇ ਦੁਆਲੇ ਦੀ ਨਕਲ ਕਰਕੇ। ਬਟ ਜਿਹੜੀ ਮੰਨ ਲਓ ਇੰਗਲਿਸ਼ ਅਗਰ ਸਾਨੂੰ ਸਿੱਖਣੀ ਹੈ ਤਾਂ ਸਾਨੂੰ ਐਫਰਟਸ ਕਰਨੇ ਪੈਣਗੇ।
ਉਹ ਕੀ ਹੋ ਜਾਏਗੀ, ਲਰਨਿੰਗ ਹੋ ਜਾਏਗੀ। ਬਟ ਜਿਹੜੀ ਸਾਡੀ ਮਾਤ ਭਾਸ਼ਾ ਉਸਨੂੰ ਅਸੀਂ ਕੀ ਕੀਤਾ ਹੈ, ਐਕਵਾਇਰ ਕੀਤਾ ਹੈ, ਯਾਨੀ ਕਿ ਗ੍ਰਹਿਣ ਕੀਤਾ ਹੈ। ਸਮਝ ਆ ਗਿਆ ਸੀ ਦੋਨਾਂ ਦੇ ਵਿੱਚ ਡਿਫਰੈਂਸ? ਦੋਨਾਂ ਦੇ ਵਿੱਚ ਡਿਫਰੈਂਸ ਪਤਾ ਹੋਣਾ ਚਾਹੀਦਾ ਸਿੱਖਣਾ ਅਤੇ ਗ੍ਰਹਿਣਸ਼ੀਲਤਾ ਦੇ ਵਿੱਚ। ਨੈਕਸਟ ਹੈ ਮਾਤ ਭਾਸ਼ਾ ਦੀ ਲੋੜ ਅਤੇ ਮਹੱਤਤਾ। ਯਾਨੀ ਕਿ ਜਿਹੜੀ ਮਦਰ ਲੈਂਗੁਏਜ ਹੈ, ਸਾਡੀ ਮਾਤ ਭਾਸ਼ਾ ਹੈ, ਲਾਈਕ ਜਿਵੇਂ ਪੰਜਾਬੀ ਹੈ, ਉਹ ਤਾਂ ਅਸੀਂ ਆਪਣੇ ਆਲੇ ਦੁਆਲੇ ਤੋਂ ਸਿੱਖ ਹੀ ਲੈਂਦੇ ਹਾਂ, ਬਟ ਉਸ ਨੂੰ ਪੜ੍ਹਾਉਣ ਦੀ ਕੀ ਲੋੜ ਹੈ, ਠੀਕ ਹੈ, ਔਰ ਉਸ ਦੀ ਲੋੜ ਕੀ ਹੈ ਅਤੇ ਕੀ ਮਹੱਤਤਾ ਹੈ। ਭਾਸ਼ਾ ਦਾ ਲਿਖਤੀ ਰੂਪ ਸਿੱਖਣ ਦੀ ਲੋੜ। ਜਿਹੜੀ ਭਾਸ਼ਾ ਅਸੀਂ ਆਪਣੇ ਮਾਤਾ ਪਿਤਾ ਤੋਂ, ਆਪਣੇ ਆਲੇ ਦੁਆਲੇ ਤੋਂ ਸਿੱਖਦੇ ਹਾਂ, ਉਹ ਅਸੀਂ ਸਿੱਖਦੇ ਹਾਂ ਉਸ ਦਾ ਮੌਖਿਕ ਰੂਪ, ਬਟ ਉਸਨੂੰ ਕਿਵੇਂ ਲਿਖਣਾ ਹੈ ਉਹ ਸਾਨੂੰ ਇਨੀਸ਼ੀਅਲ ਸਟੇਜ 'ਤੇ ਨਹੀਂ ਆਉਂਦਾ ਹੁੰਦਾ। ਸੋ ਭਾਸ਼ਾ ਦਾ ਲਿਖਤੀ ਰੂਪ ਸਿੱਖਣ ਦੇ ਲਈ ਮਾਤ ਭਾਸ਼ਾ ਦੀ ਸਿੱਖਿਆ ਜ਼ਰੂਰੀ ਹੈ। ਭਾਸ਼ਾ ਦੇ ਦੋ ਰੂਪ ਹਨ, ਮੌਖਿਕ ਅਤੇ ਲਿਖਤੀ। ਮੌਖਿਕ ਜਿਹੜਾ ਰੂਪ ਹੈ ਉਹ ਅਸੀਂ ਬੱਚਾ ਆਪਣੇ ਘਰ ਤੋਂ ਸਿੱਖ ਲੈਂਦਾ ਹੈ, ਬਟ ਲਿਖਤੀ ਰੂਪ ਸਿੱਖਣ ਦੇ ਲਈ ਉਸਨੂੰ ਸਕੂਲ ਦੇ ਵਿੱਚ ਜਾਣਾ ਪਏਗਾ। ਬੱਚਾ ਘਰ ਵਿੱਚ ਗੈਰ ਰਸਮੀ ਮੌਖਿਕ ਭਾਸ਼ਾ ਹੀ ਸਿੱਖਦਾ ਹੈ ਅਤੇ ਭਾਸ਼ਾ ਦਾ ਲਿਖਤੀ ਰੂਪ ਸਿੱਖਣ ਵਿੱਚ ਮਾਤ ਭਾਸ਼ਾ ਕੁਸ਼ਲਤਾਪੂਰਵਕ ਰੋਲ ਨਿਭਾਉਂਦੀ ਹੈ। ਨੈਕਸਟ ਹੈ, ਸੋ ਫਸਟ ਆਪਣਾ ਪੁਆਇੰਟ ਕੀ ਹੋ ਗਿਆ, ਭਾਸ਼ਾ ਦਾ ਲਿਖਤੀ ਰੂਪ ਸਿੱਖਣ ਦੇ ਲਈ। ਸੈਕਿੰਡ ਪੁਆਇੰਟ ਹੈ ਦੂਸਰੀਆਂ ਭਾਸ਼ਾਵਾਂ ਦੇ ਗਿਆਨ ਦੀ ਲੋੜ। ਅਗਰ ਦੂਜੀਆਂ ਭਾਸ਼ਾਵਾਂ ਨੂੰ ਵੀ ਸਿੱਖਣਾ ਹੈ ਤਾਂ ਸਾਡੀ ਆਪਣੀ ਮਦਰ ਟੰਗ ਹੈ ਜਿਹੜੀ ਉਹ ਸਾਨੂੰ ਆਉਂਦੀ ਹੋਣੀ ਚਾਹੀਦੀ ਹੈ। ਸਰੀਰਕ, ਮਾਨਸਿਕ, ਬੌਧਿਕ, ਸੰਸਕ੍ਰਿਤਿਕ, ਸਮਾਜਿਕ ਅਤੇ ਨੈਤਿਕ ਵਿਕਾਸ ਕਰਨ ਲਈ ਹੋਰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਸਿੱਖਣਾ ਜ਼ਰੂਰੀ ਹੈ। ਇਸ ਲਈ ਇਹ ਰਸਮੀ ਸਿੱਖਿਆ ਦੁਆਰਾ ਸਿੱਖਿਆ ਜਾ ਸਕਦਾ ਹੈ। ਦੂਸਰੀਆਂ ਭਾਸ਼ਾਵਾਂ ਦੇ ਗਿਆਨ ਦੀ ਲੋੜ ਹੈ, ਇਸ ਕਰਕੇ ਜਿਹੜੀ ਮਾਤ ਭਾਸ਼ਾ ਦੀ ਸਿੱਖਿਆ ਜ਼ਰੂਰੀ ਹੈ। ਵੱਖ-ਵੱਖ ਕਲਾਵਾਂ ਅਤੇ ਵਿਸ਼ਿਆਂ ਦੇ ਗਿਆਨ ਦੀ ਲੋੜ। ਵੱਖ-ਵੱਖ ਕਲਾਵਾਂ, ਅਸੀਂ ਅਲੱਗ-ਅਲੱਗ ਆਰਟਸ ਵਿਸ਼ੇ ਸਬਜੈਕਟਸ ਨੂੰ ਪੜ੍ਹਨਾ ਹੈ, ਉਹਨਾਂ ਦਾ ਗਿਆਨ ਹਾਸਿਲ ਕਰਨਾ ਹੈ, ਤਾਂ ਮਾਤ ਭਾਸ਼ਾ ਦਾ ਸਾਨੂੰ ਵਧੀਆ ਲੈਵਲ 'ਤੇ ਆਉਂਦੀ ਹੋਣੀ ਚਾਹੀਦੀ ਹੈ ਨਾ। ਸਾਨੂੰ ਉਹਦਾ ਲਿਖਤੀ ਰੂਪ ਵੀ ਪਤਾ ਹੋਣਾ ਚਾਹੀਦਾ ਅਤੇ ਮੌਖਿਕ ਰੂਪ ਵੀ ਪਤਾ ਹੋਣਾ ਚਾਹੀਦਾ ਹੈ। ਵੱਖ-ਵੱਖ ਕਲਾਵਾਂ ਜਿਵੇਂ ਕਿ ਚਿੱਤਰਕਲਾ, ਸੰਗੀਤ ਕਲਾ, ਨਾਚ ਕਲਾ, ਵਿਗਿਆਨ ਜਿਵੇਂ ਸਮਾਜਿਕ ਵਿਗਿਆਨ, ਅੰਕੜਾ ਵਿਗਿਆਨ ਆਦਿ ਸਿੱਖਣ ਲਈ ਮਾਤ ਭਾਸ਼ਾ ਵਧੀਆ ਗਰਾਊਂਡ ਪ੍ਰਦਾਨ ਕਰਦੀ ਹੈ। ਸਪਸ਼ਟ ਤੱਥਾਂ ਦਾ ਪ੍ਰਗਟਾਵਾ। ਸਪਸ਼ਟ ਤੱਥਾਂ ਦਾ ਪ੍ਰਗਟਾਵਾ ਯਾਨੀ ਕਿ ਬੱਚੇ ਵਿੱਚ ਜੇਕਰ ਮਾਤ ਭਾਸ਼ਾ ਦੀ ਸਪਸ਼ਟਤਾ ਹੋਵੇਗੀ ਤਾਂ ਉਹ ਬਾਕੀ ਕਲਾਵਾਂ, ਯੋਗਤਾਵਾਂ, ਅਨੁਭਵ, ਪ੍ਰਤੀਕਿਰਿਆਵਾਂ ਦਾ ਸਪਸ਼ਟ ਤੌਰ 'ਤੇ ਪ੍ਰਗਟਾਵਾ ਕਰ ਸਕੇਗਾ। ਆਪਣੀ ਜਿਹੜੀ ਗੱਲ ਹੈ ਦੂਜਿਆਂ ਦੇ ਸਾਹਮਣੇ ਚੰਗੀ ਤਰੀਕੇ ਨਾਲ ਰੱਖ ਪਾਏਗਾ। ਸਰਵਪੱਖੀ ਵਿਕਾਸ ਲਈ। ਸਰਵਪੱਖੀ ਵਿਕਾਸ ਮਤਲਬ ਆਲ ਓਵਰ ਡਿਵੈਲਪਮੈਂਟ ਦੇ ਲਈ, ਉਸਦੀ ਪਰਸਨੈਲਿਟੀ ਦੇ ਵਿਕਾਸ ਲਈ ਮਾਤ ਭਾਸ਼ਾ ਦੀ ਸਿੱਖਿਆ ਜ਼ਰੂਰੀ ਹੈ। ਇਹ ਸੀ ਕਿ ਆਪਣੀ ਮਾਤ ਭਾਸ਼ਾ ਦੀ ਲੋੜ ਅਤੇ ਮਹੱਤਤਾ। ਹੁਣ ਅਸੀਂ ਗੱਲ ਕਰ ਲੈਂਦੇ ਕਿ ਭਾਸ਼ਾ ਸਿੱਖਣ ਦੇ ਸਧਾਰਨ ਸਿਧਾਂਤ। ਜਦੋਂ ਵੀ ਭਾਸ਼ਾ ਬੱਚੇ ਨੂੰ ਸਿਖਾਉਣੀ ਹੈ ਤਾਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਜ਼ਰੂਰੀ ਹੈ। ਕਾਫੀ ਇੰਪੋਰਟੈਂਟ ਨੇ ਇਹ ਪੁਆਇੰਟਸ। ਇੱਕ ਪੁਆਇੰਟ ਨੂੰ ਧਿਆਨ ਦੇ ਨਾਲ ਸਮਝਣਾ, ਇਹਨਾਂ ਦੇ ਨਾਲ ਰਿਲੇਟਡ ਕੁਐਸਚਨਸ ਵੀ ਤੁਹਾਨੂੰ ਪੇਪਰਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਸਿਧਾਂਤ ਤੋਂ ਭਾਵ ਉਹ ਤੱਤ ਜਿਹੜੇ ਭਾਸ਼ਾ ਵਿਗਿਆਨੀਆਂ ਦੁਆਰਾ ਨਿਸ਼ਚਿਤ ਕੀਤੇ ਹੋਣ, ਜਿਨ੍ਹਾਂ ਨੂੰ ਲੰਮੀ ਪ੍ਰਤੱਖ ਪੜਚੋਲ ਤੋਂ ਬਾਅਦ ਨਿਸ਼ਚਿਤ ਕੀਤਾ ਗਿਆ ਹੋਵੇ ਅਤੇ ਜਿਹੜੇ ਸਿੱਖਣ ਦੇ ਮਾਪਦੰਡ 'ਤੇ ਖਰੇ ਉਤਰਦੇ ਹੋਣ ਨੂੰ ਸਿਧਾਂਤ ਕਿਹਾ ਜਾਂਦਾ ਹੈ। ਇਹ ਇੱਥੇ ਭਾਸ਼ਾ ਸਿੱਖਿਆ ਨੂੰ ਉਪਯੋਗੀ ਬਣਾਉਣ ਅਤੇ ਖਾਸ ਯੋਗਦਾਨ ਦਿੰਦੇ ਹਨ। ਫਸਟ ਹੈ ਸੁਭਾਵਿਕਤਾ ਦਾ ਸਿਧਾਂਤ, ਪ੍ਰਿੰਸੀਪਲ ਆਫ ਨੈਚੁਰਲਨੈਸ। ਭਾਸ਼ਾ ਅਜਿਹਾ ਕਮਾਇਆ ਧਨ ਹੈ ਜਿਸ ਵਿੱਚ ਸਿੱਖਣ ਦੀ ਪ੍ਰਵਿਰਤੀ ਕੁਦਰਤੀ ਹੁੰਦੀ ਹੈ। ਕੁਦਰਤ ਨੇ ਸਾਨੂੰ ਬੋਲਣ, ਸੁਣਨ, ਤੁਰਨ ਅਤੇ ਸਿੱਖਣ ਦੇ ਹੁਸੀਨ ਤੋਹਫੇ ਦਿੱਤੇ ਹਨ। ਜੇਕਰ ਅਸੀਂ ਇਹਨਾਂ ਵਿੱਚੋਂ ਕਿਸੇ ਇੱਕ ਤੋਂ ਵੀ ਹੀਣੇ ਹੋਵਾਂਗੇ ਤਾਂ ਸਮਝੋ ਅਸੀਂ ਕੁਦਰਤ ਦੇ ਉਸ ਤੋਹਫੇ ਤੋਂ ਵਾਂਝੇ ਹੋ ਜਾਵਾਂਗੇ। ਇਸ ਲਈ ਸਿੱਖਣ ਵਿੱਚ ਸਭ ਤੋਂ ਪਹਿਲਾਂ ਸੁਣਨਾ, ਬੋਲਣਾ ਤੇ ਸਮਝਣਾ, ਉਸ ਤੋਂ ਬਾਅਦ ਪੜ੍ਹਨਾ ਅਤੇ ਲਿਖਣਾ ਆਉਂਦਾ ਹੈ। ਸੁਭਾਵਿਕਤਾ ਦਾ ਸਿਧਾਂਤ ਯਾਨੀ ਕਿ ਇੱਕ ਜਿਹੜਾ ਮਨੁੱਖ ਹੈ ਉਸ ਦੇ ਵਿੱਚ ਜਨਮਜਾਤ ਪ੍ਰਕਿਰਤੀ ਹੁੰਦੀ ਹੈ ਸਿੱਖਣ ਦੀ, ਭਾਸ਼ਾ ਨੂੰ ਸਿੱਖਣ ਦੀ। ਜਿਵੇਂ ਕਿ ਨੋਮ ਚੋਮਸਕੀ ਵੀ ਕਹਿੰਦੇ ਨੇ, ਸਾਡੇ ਅੰਦਰ ਇੱਕ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਹੁੰਦਾ, ਸਾਡੇ ਬ੍ਰੇਨ ਦੇ ਵਿੱਚ LAD ਹੁੰਦਾ, ਜਿਸ ਦੇ ਨਾਲ ਅਸੀਂ ਭਾਸ਼ਾ ਨੂੰ ਸਿੱਖ ਲੈਂਦੇ ਹਾਂ ਬਿਨਾਂ ਕਿਸੇ ਐਫਰਟਸ ਕੀਤੇ। ਠੀਕ ਹੈ, ਭਾਸ਼ਾ ਨੂੰ ਸਿੱਖਣ ਦੇ ਲਈ ਇੱਕ ਕਰਮ ਹੈ ਜਿਸ ਨੂੰ ਯਾਦ ਰੱਖਣਾ ਇੰਪੋਰਟੈਂਟ ਹੈ ਤੁਹਾਡੇ ਲਈ। ਫਸਟ ਹੈ ਸੁਣਨਾ ਯਾਨੀ ਕਿ ਲਿਸਨਿੰਗ, ਦੈਨ ਹੈ ਸਪੀਕਿੰਗ ਬੋਲਣਾ ਤੇ ਸਮਝਣਾ, ਰੀਡਿੰਗ, ਦੈਨ ਰਾਈਟਿੰਗ। ਇੱਕ ਬੱਚਾ ਹੈ ਉਸਨੂੰ ਸਭ ਤੋਂ ਪਹਿਲਾਂ ਭਾਸ਼ਾ ਸੁਣਨ ਨੂੰ ਮਿਲਣੀ ਚਾਹੀਦੀ ਹੈ। ਵਾਤਾਵਰਨ ਉਸਨੂੰ ਅਜਿਹਾ ਮਾਹੌਲ ਪ੍ਰੋਵਾਈਡ ਕੀਤਾ ਜਾਵੇ ਜਿਸ ਦੇ ਵਿੱਚ ਉਹ ਕੀ ਹੈ ਸੁਣੇ। ਅਗਰ ਉਹ ਭਾਸ਼ਾ ਨੂੰ ਸੁਣੇਗਾ ਤਾਂ ਉਸਨੂੰ ਸੁਣ ਕੇ ਬੋਲਣਾ ਵੀ ਆਏਗਾ, ਬੋਲੇਗਾ, ਦੈਨ ਉਸ ਤੋਂ ਬਾਅਦ ਉਸਨੂੰ ਰੀਡਿੰਗ ਕਰਵਾਈ ਜਾਵੇ। ਰੀਡਿੰਗ ਜਦੋਂ ਹੋ ਜਾਂਦੀ ਉਸ ਤੋਂ ਬਾਅਦ ਉਹਨੂੰ ਕੀ ਕੀਤਾ ਜਾਵੇ, ਰਾਈਟਿੰਗ ਕਰਵਾਈ ਜਾਏ।
ठीक है जी। इस कर्म के नाल एज अ टीचर बच्चे नूं भाषा सिखानी है तुसी, लिसनिंग, स्पीकिंग, रीडिंग दैन राइटिंग। इस कर्म नूं याद रखना है। काफ़ी ज़्यादा ये कर्म पूछा जाता पेपर दे विच, जो असीं क्वेश्चनस भी करांगे ना नैक्सट वीडियो के तद थोड़ा पता चलेगा। ठीक है, सो इस कर्म नूं याद रखना है। सुनना, बोलना तो समझना, पढ़ना तो लिखना। LSRW तो याद रख लो, लिसनिंग, स्पीकिंग, रीडिंग एंड दैन राइटिंग। नैक्सट है रुचि का सिद्धांत, यानी कि प्रिंसिपल ऑफ इंटरस्ट। मनोविग्यानिक तत्थ अनुसार बच्चे जमांदरू इच्छावां अनुसार ही किसी विषय या क्रिया विच रुचि लैंदे हन। प्रिंसिपल ऑफ इंटरस्ट, जो भी भाषा सिखानी है तो एज अ टीचर तुसीं ध्यान दे विच रखना है कि बच्चे का पूरी रुचि होवे, ऐ ना होवे कि वो बोरिंग तरीके दे नाल सीख रहा होवे। ठीक है जी, बच्चे का इंटरस्ट होना चाहिए है सीखण दे विच, तां ही वो भाषा सीख सकता है। अगर उसका इंटरस्ट ही नहीं होएगा भाषा के सीखण दे विच तां वो नहीं सीख सकता। प्रिंसिपल ऑफ ट्रायल, यतन का सिद्धांत। भाषा एक जटिल और सूक्ष्म विषय है। इस विच यतन के सिद्धांत द्वारा ही मात भाषा के साहित्यिक, अलंकारिक, कलात्मक आदि पक्षां नूं जानिया जा सकता है। यानी कि प्रिंसिपल ऑफ ट्रायल, यतन करके भाषा नूं सीखना है तो यतन करना पेगा, समझना पेगा, भाषा नूं बोलना पेगा। ठीक है जी, तां ही असीं मात भाषा के साहित्यिक, अलंकारिक और कलात्मक पक्षां नूं जान सकते हैं। यतन का सिद्धांत। नैक्सट है क्रियाशीलता का सिद्धांत। मात भाषा सीखण विच बच्चे जिन्ने वध क्रियाशील होणगे उन्ने ही वो वध सीखणगे। ऐदा नहीं है कि बच्चे नूं सिर्फ क्लास दे विच तुसीं बोली जा रहे हो, बच्चे लिसन करी जा रहे हैं, ऐदा नहीं होना चाहिए। बच्चे नूं बोलण दा भी पूरा मौका दिता जाना चाहिए। बच्चे अपनी गल नूं दूजे सामने रख सकन, उन्हां नूं कोई ना कोई पैरा दिता जाए ताकि वो लिखण, राइटिंग करन। ठीक है, जिस नाल कि उन्हां दी मात भाषा दे विच कुशलता आएगी एंड इस तरह अपना जिहड़ा क्रियाशीलता का सिद्धांत है वह भी पूरा हो जाएगा। नैक्सट आ प्रेरणा का सिद्धांत। बच्चों को मोटिवेट रखिए। जो भी एक छोटा बच्चा अगर वो एक अक्षर भी बोलता है, एक वर्ड भी बोलता है ना, तो उसको मोटिवेट करना तुसी कुछ ना कुछ, चाहे क्लैपिंग करके, शाबाश कह के, कुछ ना कुछ कह के, कोई गिफ्ट दे के उन्होंने कि तुसी मोटिवेट रखना है, प्रेरित करना है उसको, जिस दे नाल की होएगा बच्चा खुश हो जाएगा तो होर ज़्यादा भाषा को सीखण दे विच अपना ध्यान केंद्रित करेगा। नैक्सट है प्रिंसिपल ऑफ कोरिलेशन। मात भाषा में लिखना तो बोलना ਵੱਖ-ਵੱਖ क्रियावां नहीं हैं, सगों आपस में संबंधित हैं। बच्चा जिवें बोलेगा उवें ही लिखेगा। इस करके सुमेलता का सिद्धांत सानूं यह सिखाता है कि अगर बच्चा गलत बोलेगा, उसकी जिहड़ी शब्दावली है करैक्ट नहीं होएगी तो वह लिखेगा भी गलत, अगर बोलेगा गलत तो लिखेगा भी गलत, अगर सही बोलेगा तो सही लिखेगा। सो सुमेलता का सिद्धांत है सानूं ये सिखाता है कि एज अ टीचर बच्चे जो भी बच्चा कोई गलती करता है, बोलता है, तो उसनूं समझाउण की कोशिश करो कि यह वर्ड ऐदा नहीं ऐदा बोलना है। ठीक है जी। नैक्सट है बाल केंद्रित का सिद्धांत। वैरी इंपॉर्टेंट है सिद्धांत। प्रिंसिपल ऑफ चाइल्ड ओरिएंटेड। मात सिक्ख्या जेकर बच्चे ते केंद्रित होवेगी तां ही बच्चा व्यवहारिक ज्ञान सीख सकता है। बच्चे को ध्यान दे विच रख के ही भाषा का ज्ञान देना चाहिए है। बच्चे का भाषाई कौशलों का ज्ञान सुभाव अनुसार, वातावरण अनुसार, रुचियां अनुसार आदि कुछ प्रेरकों को मुख रख के मात भाषा का ज्ञान देने लई लाभकारी होंदा है। बाल केंद्रित का सिद्धांत सानूं यही सिखाता है कि जो भी बच्चे को मात भाषा सिखानी है तो बच्चे दीयां रुचियां, उसके इंटरस्ट, उसका मोटिवेशन लैवल, उसकी नॉलेज, उसका बिहेवियर को ही ध्यान दे विच रख के टीच किया जाए। पहला मौखिक फिर लिखत का सिद्धांत। पहला बच्चे की बोलन कला को जिन्ना निखारिया जाएगा उन्ना ही फायदा उसनूं उसकी लिखत समग्री दे विच होवेगा। जिन्नी ज़्यादा स्पीकिंग की उसकी प्रैक्टिस होएगी उन्ना ही ज़्यादा वो वधिया लिख पाएगा। पहले उसनूं कहण दा भाव है कि पहले उन्होंने मौखिक सिखाया जाए, उसनूं पहले बोलना सिखाया जाए, फिर उसनूं लिखाया जाए। नैक्सट है अनुकरण का सिद्धांत। अनुकरण का सिद्धांत यानी कि जोड़े बच्चे ने वो साडे आले दुआले दे विच असीं भाषा नूं बोल रहे हैं, राइट, वो की कर रहे हैं, सुन रहे हैं। अगर असीं शब्द गलत बोलांगे तो गलत सीख लैणगे। सो यही सिद्धांत सानूं सिखाता है कि एज अ टीचर तुहाडा जिहड़ी शब्दावली है वो की होनी चाहिए है, शुद्ध होनी चाहिए है। थोड़ी शब्दावली का जिहड़ा रूप है शुद्ध होना चाहिए है। नैक्सट है अभ्यास का सिद्धांत। प्रिंसिपल ऑफ एक्सरसाइज। भाषा एक हुनर है, इसलिए इसका विकास अभ्यास क्रम एक निश्चित रूप में होना चाहिए है। बच्चे को ज़्यादा तो ज़्यादा अभ्यास करने का मौका दिता जाए, चाहे वो लिखती होवे, चाहे मौखिक होवे, चाहे स्पीकिंग का होवे, लिसनिंग का होवे। नैक्सट है व्यक्तिगत भिन्नतावां का सिद्धांत। क्लास दे विच कई तरीके के बच्चे पढ़ रहे होंगे ने,
कुछ प्रतिभाशाली बच्चे होंगे ने, कुछ मंदबुद्धि बच्चे होंगे ने जिहड़े कि बहुत ही स्लो सीखते हैं, कुछ स्लो लर्नर्स होंगे ने। सो इस करके जो भी क्लासरूम के पढ़ाई करवानी है तो व्यक्तिगत भिन्नतावां का ध्यान रखा जाए, सारे बच्चों को इक्वली लैके चलिया जाए। नैक्सट है चोण का सिद्धांत। इस सिद्धांत अनुसार बच्चे के व्यवहार परिवर्तन को किहड़े उद्देशों के तहत लागू किया जा सकता है, यह आता है। सिद्धांत शब्दों में क्या किहड़ा उद्देश कदों लैके बच्चे के व्यवहार का विकास करना है आदि को पेश करता है। सिलैक्शन जी बच्चे जो टीच करना है तो विषय की जी चोण है उसका ध्यान बहुत ही जो सिलैक्शन है बहुत ही ध्यान दे रखना पवेगा। नैक्सट है प्रिंसीपल ऑफ क्रोनोलॉजिकल रेशियो। सीखण के क्रम हैं, सीखण का क्रम जिवें कि पहले भी दस चुके हैं LSRW तो याद रखना सुनना समझना बोलना और लिखना। इस तरह अध्यापक को मातृभाषा सिखाने लिए चारे उद्देशों के क्रम को ध्यान में रखना चाहिए है। ये अपने प्रिंसीपल्स हो गए। नैक्सट आप प्रीवियस क्वेश्चनस करते हैं। PS टेट 2013 के क्वेश्चन आया सी बच्चे विच भाषा का विकास कुछ हद तक जन्म तो ही होंदा है, समाजिक सभ्याचारक संदर्भां नाल हुंदा है, सिर्फ विकसित शब्द भंडार नाल हुंदा है, उपरोक्त एक अते दोवें तरीकों नाल। सो अपना राइट आंसर की है ऑप्शन 4। बच्चे दे विच जिहड़ा भाषा का विकास है लैंगुएज डिवेलपमेंट है वो जन्म तो हो जाता है। जो बच्चा जन्म लैंदा है तो वह अपने माता पिता तो है ना सीखता है, उन्होंने भाषा जो बोलते हैं सुनता है उसको लिसनिंग करता है, बेसिकली समझने की कोशिश करता है। समाजिक समाज के विच रह के सीखता है, अपने आले दुआले तो ग्रुप बना के सीखता है, अपने अध्यापक तो सीखता है, समाजिक सभ्याचारक संदर्भां दे नाल हुंदा है। सो दोनों ही ऑप्शनस अपनी राइट ने। नैक्सट क्वेश्चन 2016 के विच आया सी प्राथमिक सतर ते भाषा सिखाउण दा सब तो महत्वपूर्ण उद्देश है, यानी कि जो प्राइमरी लैवल ते भाषा नूं सिखाउण दा की उद्देश है। घर दी ते स्कूल की भाषा विच आपसी संबंध बनाउणा, अखरां नूं जोड़ जोड़ के पढ़न की योग्यता, भाषा की नेमबद्ध प्रकृति पछाणना, भाषा के व्याकरण के अधिकार प्राप्त करना। जिहड़ी घर की है तो स्कूल की भाषा है उस दे विच की होना चाहिए है, संबंध होना चाहिए है, तां ही जिहड़े बच्चे ने रिलेट करके सीख सकणगे चंगी तरीके नाल। भाषा सीखण दे सुभाविकता के सिद्धांत। सुभाविकता का सिद्धांत आपां ने पढ़िया सी, उसका की मतलब है सुभाविक दशा विच बैठ के सीखना, सीखण नूं अपना सुभाव बना लेना, बच्चे नूं सुचेत रूप विच भाषा सिखाना या फिर भाषा नूं सीखण की शक्ति कुदरती होंदी है। सुभाविकता के सिद्धांत विच असीं पढ़िया सी भी कुदरती सिद्धांत हुंदा है, नेचर के अकॉर्डिंग। साडे सारे दे अंदर भाषा नूं सीखण की की शक्ति है, कुदरती है। नॉम चॉम्स्की भी यही गल कहते हैं, याद रखना है। नैक्सट 2014 के क्वेश्चन आया सी प्राइमरी पद्धर ते भाषा के करिकुलम का उद्देश है। करिकुलम की हो गया सिलेबस, सिलेबस की ब्रॉड टर्म है करिकुलम। सिख्यार्थी नूं प्रभावशाली वक्ता ते लेखक बनाउणा, साहित्यक विधावां की बुनियादी समझ हासिल करना, सारे कौशलों में बुनियादी निपुणता हासिल करना। जिवें कि असीं पढ़िया है कि भाषा के किन्ने कौशल हैं, 4 कौशल हैं। LSRW तो याद रखिया सी लिसनिंग, स्पीकिंग, रीडिंग एंड राइटिंग। भाषा के 4 कौशल ने। सो प्राइमरी पद्धर ते साडा की उद्देश होना चाहिए है, चारे ही कौशलों को डिवेलप करना। भाषा नूं समझ पाए, सुन के बोल पाए, रीडिंग कर पाए तो राइटिंग कर पाए। ठीक है, सारे कौशलों के विच बुनियादी निपुणता हासिल करना प्राइमरी पद्धर ते ही करिकुलम का उद्देश है। ठीक है जी, ये सी अपना लैक्चर 1। नैक्सट वीडियो के विच असीं नैक्सट लैक्चर ਦੇ ਵਿੱਚ अगला सी टॉपिक ਜਿਹੜਾ भी होगा उसनों डिस्कस करांगे। सो आई होप ਤੁਹਾਨੂੰ ਇਹ ਲੈਕਚਰ ਜਿਹੜਾ ਹੈ ਵਧੀਆ ਲੱਗਿਆ ਹੋਏਗਾ। सो प्रीवियस क्वेश्चनस भी थोड़े लिए ज़रूर लैके आवांगे नैक्सट वीडियो के विच, बहुत सारे इन्हां दोनों चैप्टर्स के नाल रिलेटेड। सो चैनल नूं सबसक्राइब कर लो, किते ना जाओ, पूरी जी PS टेट की तैयारी इस चैनल पर करवाई जाएगी। ठीक है जी, वीडियो नूं वध तो वध शेयर करो ताकि थोड़े जोड़े फ्रेंड्स ने वो भी इसका लाभ लै सकन। थैंक यू सो मच।